ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਕੈਨੇਡਾ ਦੇ PR ਵਿਅਕਤੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਲਈ ਦੇਣੀ ਪਵੇਗੀ ਫੀਸ। ਹਵਾ 'ਚ ਸੀ ਜਹਾਜ਼, ਇੰਜਨ 'ਚੋਂ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ, ਵਾਲ-ਵਾਲ ਬਚੇ 300 ਯਾਤਰੀ। ਅਮਰੀਕਾ ਜਲਦੀ ਹੀ ਕੁਝ ਵੱਡੇ ਵਪਾਰਕ ਸੌਦਿਆਂ ਦਾ ਕਰੇਗਾ ਐਲਾਨ, ਡੋਨਾਲਡ ਟਰੰਪ। ਅਮਰੀਕਾ 'ਚ ਪੰਜਾਬੀ ਕਾਰੋਬਾਰੀ ਦੀ ਲਾਸ਼ ਨਹਿਰ ਵਿੱਚੋਂ ਮਿਲੀ। ਸਰਕਾਰ ਦੀ ਵੱਡੀ ਕਾਰਵਾਈ, 700 ਪ੍ਰਵਾਸੀ ਕੀਤੇ ਡਿਪੋਰਟ। ਈਰਾਨ ਦੇ ਪਰਮਾਣੂ ਕੇਂਦਰ ਬਾਰੇ ਡੋਨਾਲਡ ਟਰੰਪ ਦਾ ਵੱਡਾ ਬਿਆਨ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਹੁਣ ਕੈਨੇਡੀਅਨ PR ਵਿਅਕਤੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੇ ਲਈ ਵੀਜ਼ਾ ਇੰਟੈਗਰੀ ਫੀਸ ਦੇਣੀ ਪਵੇਗੀ। ਇਹ ਫੀਸ ਇਸ ਵੇਲੇ $250 ਨਿਰਧਾਰਤ ਕੀਤੀ ਗਈ ਹੈ। ਭਵਿੱਖ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਅਤੇ ਇਨਫਲੇਸ਼ਨ ਨਾਲ ਐਡਜਸਟ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਵਨ ਬਿਗ ਬਿਊਟੀਫੁਲ ਬਿਲ ਐਕਟ ਜੋ ਹਾਲ ਹੀ ਵਿੱਚ ਲਾਗੂ ਕੀਤਾ ਗਿਆ, ਉਸ ਵਿੱਚ ਸ਼ਾਮਲ ਹੈ ਕੁਝ ਯਾਤਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ $250 ਇੱਕ ਵੀਜ਼ਾ ਇੰਟੈਗਰੀ ਫੀਸ ਦਾ ਭੁਗਤਾਨ ਕਰਨ ਬਾਰੇ ਇੱਕ ਯੋਜਨਾ ਹੈ। ਵਾਈਟ ਹਾਊਸ ਦੇ ਅਨੁਸਾਰ ਇਸ ਐਕਟ ਵਿੱਚ ਅਮਰੀਕੀ ਸਰਹੱਦ ਨੂੰ ਸੁਰੱਖਿਅਤ ਕਰਨ ਦੀ ਇੱਕ ਯੋਜਨਾ ਸ਼ਾਮਲ ਹੈ ਅਤੇ ਹੋਮਲੈਂਡ ਸੁਰੱਖਿਆ ਨੂੰ ਲੋੜੀਂਦੇ ਸਰੋਤ ਪ੍ਰਦਾਨ ਕਰਦਾ ਹੈ। ਇਹ ਆਈਸ ਏਜੰਟਾਂ ਲਈ, ਨਜ਼ਰਬੰਦੀ ਕੇਂਦਰਾਂ ਲਈ ਅਤੇ ਨਾਲ ਹੀ ਅਮਰੀਕਾ ਦੇ ਬਾਰਡਰ ਨੂੰ ਪੂਰਾ ਕਰਨ ਲਈ ਫੰਡ ਇਕੱਠਾ ਕਰਨ ਦੀ ਯੋਜਨਾ ਵੀ ਹੈ। USA Today ਦੀ ਇੱਕ ਰਿਪੋਰਟ ਅਨੁਸਾਰ ਵੀਜ਼ਾ ਇੰਟੈਗਰੀ ਫੀਸ ਦਾ ਉਦੇਸ਼ ਅਮਰੀਕੀ ਵੀਜ਼ਾ ਨੀਤੀ ਅਤੇ ਸਰਹੱਦੀ ਸੁਰੱਖਿਆ ਨਾਲ ਸੰਬੰਧਿਤ ਲਾਗੂਕਰਨ ਅਤੇ ਪ੍ਰਸ਼ਾਸਕੀ ਯਤਨਾਂ ਦਾ ਸਮਰਥਨ ਕਰਨਾ ਹੈ। ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐਟਲਾਂਟਾ ਜਾ ਰਹੀ ਇੱਕ ਡੈਲਟਾ 에ਅਰਲਾਈਨਸ ਦੇ ਜਹਾਜ਼ ਦੇ ਉਡਾਨ ਭਰਨ ਤੋਂ ਤੁਰੰਤ ਬਾਅਦ ਉਸਦੇ ਇੰਜਨ ਵਿੱਚ ਅੱਗ ਲੱਗ ਗਈ ਅਤੇ ਉਸ ਨੂੰ ਆਪਣੀ ਮੰਜ਼ਿਲ LAX ਵਾਪਸ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਵੇਂ ਹੀ ਇਹ ਜਹਾਜ਼ ਉਤਰਿਆ, ਹਵਾਈ ਅੱਡੇ ਦੀ ਫਾਇਰ ਬ੍ਰਿਗੇਡ ਨੇ ਤੁਰੰਤ ਇੰਜਨ ਵਿੱਚ ਲੱਗੀ ਅੱਗ ਨੂੰ ਬੁਝਾ ਦਿੱਤਾ। ਇਸ ਹਾਦਸੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਾਦਸਾਗ੍ਰਸਤ ਜਹਾਜ਼ ਬੋਇੰਗ 767-400 ਦੁਆਰਾ ਚਲਾਇਆ ਜਾ ਰਿਹਾ ਸੀ, ਜਿਸ ਦੀ ਰਜਿਸਟ੍ਰੇਸ਼ਨ N836MH ਹੈ। ਇਹ ਜਹਾਜ਼ 24.6 ਸਾਲ ਪੁਰਾਣਾ ਹੈ ਅਤੇ ਇਸ ਵਿੱਚ 2 GE CF6 ਇੰਜਨ ਲੱਗੇ ਹੋਏ ਹਨ। ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨੇ 18 ਜੁਲਾਈ ਨੂੰ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐਟਲਾਂਟਾ ਲਈ ਉਡਾਨ ਭਰੀ ਸੀ। ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਫਲਾਈਟ ਕਰੂ ਨੂੰ ਜਹਾਜ਼ ਦੇ ਖੱਬੇ ਇੰਜਨ ਵਿੱਚ ਅੱਗ ਲੱਗਣ ਦੇ ਨਿਸ਼ਾਨ ਮਿਲੇ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਐਮਰਜੈਂਸੀ ਦਾ ਐਲਾਨ ਕੀਤਾ ਅਤੇ LAX ਵਾਪਸ ਜਾਣ ਦੀ ਬੇਨਤੀ ਕੀਤੀ। ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਦੀ ਸੁਰੱਖਿਅਤ ਵਾਪਸੀ ਦਾ ਤਾਲਮੇਲ ਕੀਤਾ ਅਤੇ ਹਵਾਈ ਅੱਡੇ ਦੀਆਂ ਐਮਰਜੈਂਸੀ ਟੀਮਾਂ ਨੂੰ ਸੁਚੇਤ ਕੀਤਾ। ਲੈਂਡਿੰਗ ਤੋਂ ਬਾਅਦ ਫਾਇਰ ਫਾਈਟਰਸ ਤੁਰੰਤ ਹਰਕਤ ਵਿੱਚ ਆਏ ਅਤੇ ਇੰਜਨ ਵਿੱਚ ਲੱਗੀ ਅੱਗ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਕੋਈ ਵੀ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਜ਼ਖਮੀ ਨਹੀਂ ਹੋਇਆ। ਉਡਾਨ ਭਰਦੇ ਸਮੇਂ ਜਹਾਜ਼ ਦੇ ਇੰਜਨ ਵਿੱਚ ਲੱਗੀ ਅੱਗ ਦਾ ਦ੍ਰਿਸ਼ ਇੱਕ ਵੀਡੀਓ ਵਿੱਚ ਕੈਦ ਕੀਤਾ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਹਾਜ਼ ਵਿੱਚ 282 ਯਾਤਰੀ ਅਤੇ 10 ਫਲਾਈਟ ਅਟੈਂਡੈਂਟ ਅਤੇ 2 ਪਾਇਲਟ ਸਵਾਰ ਸਨ। ਐਵੀਏਸ਼ਨ A to Z ਦੀ ਇੱਕ ਰਿਪੋਰਟ ਅਨੁਸਾਰ ਜਹਾਜ਼ ਨੇ ਹਵਾਈ ਅੱਡੇ ਤੋਂ ਉਡਾਨ ਭਰੀ ਹੀ ਸੀ ਜਦੋਂ ਇਸ ਦੇ ਇੰਜਨ ਵਿੱਚ ਅੱਗ ਲੱਗ ਗਈ। ਫਲਾਈਟ ਚਾਲਕ ਦਲ ਨੇ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਹਵਾਈ ਅੱਡੇ ਤੇ ਵਾਪਸ ਜਾਣ ਦੀ ਤਿਆਰੀ ਕੀਤੀ। ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਵਾਪਸ ਹਵਾਈ ਅੱਡੇ ਵੱਲ ਭੇਜਿਆ ਅਤੇ ਜ਼ਮੀਨੀ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਜਲਦੀ ਹੀ ਕੁਝ ਵੱਡੇ ਵਪਾਰਕ ਸੌਦਿਆਂ ਦਾ ਐਲਾਨ ਕੀਤਾ ਜਾਵੇਗਾ। ਟਰੰਪ ਨੇ ਵਾਈਟ ਹਾਊਸ ਵਿਖੇ ਸਟੇਬਲ ਕੋਇਨ ਐਕਟ ਦੇ ਦਸਤਖਤ ਸਮਾਰੋਹ ਵਿੱਚ ਕਿਹਾ ਕਿ ਉਹ ਅੱਜ ਇਹ ਕਰ ਸਕਦੇ ਹਨ, ਸ਼ਾਇਦ ਬਾਅਦ ਵਿੱਚ ਅਸੀਂ ਇਹ ਕਰਾਂਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਉਹ ਇਹ ਦਸਤਾਵੇਜ਼ ਭੇਜਣਗੇ ਕਿ ਤੁਸੀਂ 35% ਜਾਂ 40% ਟੈਰਿਫ ਦੇ ਰਹੇ ਹੋ ਤਾਂ ਇਹ ਇੱਕ ਸਮਝੌਤਾ ਹੋਵੇਗਾ। ਫਿਰ ਉਹ ਫੋਨ ਕਰਨਗੇ ਅਤੇ ਦੇਖਣਗੇ ਕਿ ਕੀ ਉਹ ਕੁਝ ਵੱਖਰੀ ਕਿਸਮ ਦਾ ਸਮਝੌਤਾ ਕਰ ਸਕਦੇ ਹਨ। ਟਰੰਪ ਨੇ ਹਾਲ ਹੀ ਵਿੱਚ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਵਿਆਪਕ
ਅਮਰੀਕੀ ਪਰਸਪਰ ਆਯਾਤ ਡਿਊਟੀਆਂ ਦੀ 90 ਦਿਨਾਂ ਦੀ ਮੁਅੱਤਲੀ ਨੂੰ 9 ਜੁਲਾਈ ਤੋਂ 1 ਅਗਸਤ ਤੱਕ ਵਧਾ ਦਿੱਤਾ ਗਿਆ ਅਤੇ ਕਈ ਪ੍ਰਮੁੱਖ ਵਪਾਰਕ ਭਾਈਵਾਲਾਂ ਦੇ ਨਾਲ ਵਪਾਰ ਗੱਲਬਾਤ ਚੱਲ ਰਹੀ ਹੈ। 8 ਜੁਲਾਈ ਨੂੰ ਸੋਸ਼ਲ ਮੀਡੀਆ ਤੇ ਅਮਰੀਕੀ ਰਾਸ਼ਟਰਪਤੀ ਦੀ ਪੋਸਟ ਅਨੁਸਾਰ 1 ਅਗਸਤ ਦੀ ਸਮਾਂ ਸੀਮਾ ਵਿੱਚ ਕੋਈ ਬਦਲਾਅ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਪੰਜਾਬੀ ਕਾਰੋਬਾਰੀ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਣ ਮਗਰੋਂ ਸਨਸਨੀ ਫੈਲ ਗਈ। 55 ਸਾਲ ਦੇ ਸੁਰਿੰਦਰਪਾਲ ਤਕਰੀਬਨ 1 ਮਹੀਨੇ ਤੋਂ ਲਾਪਤਾ ਸਨ ਅਤੇ ਉਹਨਾਂ ਨੂੰ ਆਖਰੀ ਵਾਰ ਫ੍ਰਿਜ਼ਨੋ ਦੇ ਬਲੈਕਸਟੋਨ ਅਤੇ ਡੈਕੋਟਾ ਐਵੇਨਿਊ ਇਲਾਕੇ ਵਿੱਚ ਦੇਖਿਆ ਗਿਆ। ਸੁਰਿੰਦਰਪਾਲ ਅਤੇ ਉਹਨਾਂ ਦੀ ਪਤਨੀ ਕੈਲੀਫੋਰਨੀਆ ਦੇ ਫ੍ਰਿਜ਼ਨੋ ਸ਼ਹਿਰ ਵਿੱਚ ਸਟੈਂਡਰਡ ਸਵੀਟਸ ਐਂਡ ਸਪਾਈਸਿਸ ਨਾਂ ਦਾ ਰੈਸਟੋਰੈਂਟ ਅਤੇ ਗਰੋਸਰੀ ਚਲਾਉਂਦੇ ਹਨ। ਸੁਰਿੰਦਰਪਾਲ ਦੀ ਪਤਨੀ ਟ੍ਰੇਸੀ ਹੈਂਸਨ ਮੁਤਾਬਕ ਭਾਰਤ ਤੋਂ ਸਟੱਡੀ ਵੀਜ਼ਾ ਆਏ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਰੈਸਟੋਰੈਂਟ ਵਿੱਚ ਆਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਬਿਲਕੁਲ ਘਰ ਵਰਗਾ ਭਾਰਤੀ ਖਾਣਾ ਮਿਲ ਰਿਹਾ ਸੀ। ਸੁਰਿੰਦਰਪਾਲ ਨਾਲ ਉਹ ਪਿਤਾ ਵਾਂਗ ਵਰਤਾਓ ਕਰਦੇ। 22 ਜੂਨ ਨੂੰ ਸੁਰਿੰਦਰਪਾਲ ਰੈਸਟੋਰੈਂਟ ਵਾਸਤੇ ਸਮਾਨ ਲਿਆਉਣ ਵਾਸਤੇ ਗੱਲ ਕੇ ਰਵਾਨਾ ਹੋਏ, ਪਰ ਮੁੜ ਕੇ ਕਦੀ ਵਰਤੇ ਨਹੀਂ। ਟ੍ਰੇਸੀ ਹੈਂਸਨ ਨੇ ਦੱਸਿਆ ਕਿ ਜਦੋਂ ਦੇਰ ਸ਼ਾਮ ਤੱਕ ਸੁਰਿੰਦਰਪਾਲ ਦਾ ਕੋਈ ਸੁਨੇਹਾ ਨਾ ਆਇਆ ਤਾਂ ਚਿੰਤਾ ਹੋਣ ਲੱਗੀ, ਕਿਉਂਕਿ ਪਹਿਲਾਂ ਕਦੇ ਵੀ ਅਜਿਹਾ ਨਹੀਂ ਸੀ ਹੋਇਆ। ਉਹ ਫੋਨ ਕਾਲ ਦਾ ਜਵਾਬ ਵੀ ਨਹੀਂ ਦੇ ਰਹੇ ਸਨ, ਜਿਸ ਮਗਰੋਂ ਟ੍ਰੇਸੀ ਨੇ ਆਪਣੀ ਭੈਣ ਨਾਲ ਸਲਾਹ ਕਰਦਿਆਂ ਪੁਲਿਸ ਨੂੰ ਕਾਲ ਕਰ ਦਿੱਤੀ। ਅਗਲੇ ਦਿਨ ਫ੍ਰਿਜ਼ਨੋ ਪੁਲਿਸ ਨੂੰ ਸੁਰਿੰਦਰਪਾਲ ਦੀ ਵੈਨ ਮਕਿਨਲੀ ਐਂਡ ਟੈਂਪਰੈਂਸ ਦੇ ਇੰਟਰਸੈਕਸ਼ਨ ਨੇੜੇ ਲਵਾਰਿਸ ਹਾਲਤ ਵਿੱਚ ਮਿਲੀ। ਇਹ ਜਗ੍ਹਾ ਸੁਰਿੰਦਰਪਾਲ ਦੇ ਕਲੋਵਿਸ ਸ਼ਹਿਰ ਵਿਖੇ ਸਥਿਤ ਘਰ ਤੋਂ ਸਿਰਫ 2 ਮੀਲ ਦੂਰ ਹੈ। ਟ੍ਰੇਸੀ ਹੈਂਸਨ ਮੁਤਾਬਕ ਸੁਰਿੰਦਰਪਾਲ ਦਾ ਫੋਨ ਵੈਨ ਦੇ ਅੰਦਰੋਂ ਮਿਲਿਆ ਅਤੇ ਵੈਨ ਲੋਕ ਕੀਤੀ ਹੋਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸੁਰਿੰਦਰਪਾਲ ਸੈਂਟਰਲ ਵੈਲੀ ਦੀ ਇੱਕ ਨਾਮੀ ਸ਼ਖਸੀਅਤ ਹਨ ਅਤੇ ਲਾਸ਼ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਤਾਂ ਭਾਈਚਾਰੇ ਸੋਗ ਦੀ ਲਹਿਰ ਦੌੜ ਗਈ। ਉਧਰ ਕਲੋਵਿਸ ਪੁਲਿਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਕੋਈ ਸ਼ੱਕੀ ਤੱਥ ਸਾਹਮਣੇ ਨਹੀਂ ਆਇਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਦੇ ਨਾਲ ਸੰਪਰਕ ਕੀਤਾ ਜਾਵੇ। ਪ੍ਰਵਾਸੀਆਂ ਪ੍ਰਤੀ ਲੀਬੀਆ ਸਰਕਾਰ ਨੇ ਵੱਡੀ ਕਾਰਵਾਈ ਕੀਤੀ। ਪੂਰਬੀ ਲੀਬੀਆ ਦੇ ਅਧਿਕਾਰੀਆਂ ਨੇ ਸੈਂਕੜੇ ਸੁਡਾਨੀਆਂ ਨੂੰ ਉਹਨਾਂ ਦੇ ਯੁੱਧ ਪ੍ਰਭਾਵਿਤ ਦੇਸ਼ ਵਾਪਸ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਲੀਬੀਆ ਦੇ ਰਸਤੇ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਰੋਕਣ ਦੇ ਲਈ ਕੀਤੀ ਗਈ ਹੈ। ਦੇਸ਼ ਦੇ ਗੈਰ ਕਾਨੂੰਨੀ ਪ੍ਰਵਾਸ ਵਿਰੋਧੀ ਡਾਇਰੈਕਟੋਰੇਟ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਮੱਧ ਅਤੇ ਦੱਖਣ ਪੂਰਬੀ ਲੀਬੀਆ ਵਿੱਚ ਹਾਲ ਹੀ 'ਚ ਹਿਰਾਸਤ ਵਿੱਚ ਲਏ ਗਏ 700 ਸੁਡਾਨੀ ਨਾਗਰਿਕਾਂ ਨੂੰ ਸ਼ੁੱਕਰਵਾਰ ਨੂੰ ਜ਼ਮੀਨ ਰਾਹੀਂ ਸੁਡਾਨ ਭੇਜ ਦਿੱਤਾ ਗਿਆ। ਬਿਆਨ ਵਿੱਚ ਕਿਹਾ ਗਿਆ ਕਿ ਕੁਝ ਦੇਸ਼ ਨਿਕਾਲੇ ਕੀਤੇ ਗਏ ਵਿਅਕਤੀ ਹੈਪੇਟਾਈਟਸ ਅਤੇ ਏਡਜ਼ ਵਰਗੀਆਂ ਛੂਤ ਦੀਆਂ ਬਿਮਾਰੀਆਂ ਤੋਂ ਪੀੜਿਤ ਸਨ। ਕੁਝ ਹੋਰਾਂ ਨੂੰ ਜਾਂ ਤਾਂ ਅਪਰਾਧਿਕ ਦੋਸ਼ਾਂ ਕਾਰਨ ਜਾਂ ਸੁਰੱਖਿਆ ਕਾਰਨਾਂ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਦੇਸ਼ ਨਿਕਾਲਾ ਪੂਰਬੀ ਲੀਬੀਆ ਵਿੱਚ ਮਨੁੱਖੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿਸ ਨੂੰ ਸ਼ਕਤੀਸ਼ਾਲੀ ਫੌਜੀ ਕਮਾਂਡਰ ਖਲੀਫਾ ਹਫਤਾਰ ਦੀਆਂ ਫੌਜਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਪੂਰਬੀ ਲੀਬੀਆ ਦੇ ਤੱਟ ਰੱਖਿਅਕ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਉਸਨੇ ਪੂਰਬੀ ਸ਼ਹਿਰ ਟੋਬਰੁਕ ਨੇੜੇ ਯੂਰਪ ਜਾਣ ਵਾਲੇ 80 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਰੋਕਿਆ ਸੀ। ਹਾਲ ਹੀ ਦੇ ਸਾਲਾਂ ਵਿੱਚ ਲੀਬੀਆ ਪੱਛਮੀ ਏਸ਼ੀਆ ਅਤੇ ਅਫਰੀਕਾ ਵਿੱਚ ਯੁੱਧ ਅਤੇ ਗਰੀਬੀ ਤੋਂ ਭੱਜਣ ਵਾਲਿਆਂ ਲਈ ਇੱਕ ਆਵਾਜਾਈ ਕੇਂਦਰ ਬਣ ਗਿਆ, ਜੋ ਯੂਰਪ ਵਿੱਚ ਬਿਹਤਰ ਜੀਵਨ ਦੀ ਭਾਲ ਕਰ ਰਹੇ ਹਨ। ਮਨੁੱਖੀ ਤਸਕਰੀ ਕਰਨ ਵਾਲੇ ਇਸ ਸਥਿਤੀ ਦਾ ਫਾਇਦਾ ਉਠਾ ਕੇ ਚਾਡ, ਨਾਈਜਰ, ਸੁਡਾਨ, ਮਿਸਰ, ਅਲਜੀਰੀਆ ਅਤੇ ਟਿਊਨੀਸ਼ੀਆ ਸਮੇਤ 6 ਦੇਸ਼ਾਂ ਨਾਲ ਲੱਗਦੀ ਲੀਬੀਆ ਦੀਆਂ ਸਰਹੱਦਾਂ ਤੋਂ ਪਾਰ ਪ੍ਰਵਾਸੀਆਂ ਦੀ ਤਸਕਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਟਰੂਥ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਈਰਾਨ ਦੇ ਤਿੰਨੋਂ ਪਰਮਾਣੂ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਉਹਨਾਂ ਦੇ ਮੁਤਾਬਕ ਈਰਾਨ ਨੂੰ ਇਨ੍ਹਾਂ ਕੇਂਦਰਾਂ ਨੂੰ ਮੁੜ ਸਰਗਰਮ ਕਰਨ ਵਿੱਚ ਕਈ ਸਾਲ ਲੱਗਣਗੇ। ਵਿਅੰਗ ਕਰਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਈਰਾਨ ਲਈ ਨਵੀਆਂ ਥਾਵਾਂ ਤੇ ਪਰਮਾਣੂ ਕੇਂਦਰ ਬਣਾਉਣਾ ਆਸਾਨ ਹੋ ਜਾਵੇਗਾ, ਕਿਉਂਕਿ ਉਹਨਾਂ ਦੇ ਪੁਰਾਣੇ ਪਰਮਾਣੂ ਕੇਂਦਰ ਤਬਾਹ ਹੋ ਗਏ ਹਨ। ਖਬਰਾਂ ਦੇ ਅਨੁਸਾਰ ਈਰਾਨ ਆਪਣੇ ਦੇਸ਼ ਵਿੱਚ ਪਰਮਾਣੂ ਪ੍ਰੀਖਣ ਕਰਨਾ ਚਾਹੁੰਦਾ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਉਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਈਲ ਦੇ ਕਈ ਸ਼ਹਿਰਾਂ ਤੇ ਮਿਜ਼ਾਈਲਾਂ ਦਾਗੀਆਂ। ਇਸ ਤੋਂ ਬਾਅਦ ਅਮਰੀਕਾ ਵੀ ਦੋਵਾਂ ਦੇਸ਼ਾਂ ਵਿਚਾਲੇ ਇਸ ਜੰਗ ਵਿੱਚ ਕੁੱਦ ਪਿਆ। ਅਮਰੀਕਾ ਨੇ ਈਰਾਨ ਦੇ 3 ਪਰਮਾਣੂ ਕੇਂਦਰਾਂ ਤੇ ਮਿਜ਼ਾਈਲਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਹਾਲਾਂਕਿ ਡੋਨਾਲਡ ਟਰੰਪ ਨੇ ਪਰਮਾਣੂ ਕੇਂਦਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ, ਪਰ ਈਰਾਨ ਨੇ ਇਸ ਤੋਂ ਇਨਕਾਰ ਕੀਤਾ। ਡੋਨਾਲਡ ਟਰੰਪ ਪਹਿਲਾਂ ਵੀ ਕਈ ਅਜਿਹੇ ਦਾਅਵੇ ਕਰ ਚੁੱਕੇ ਹਨ, ਜਿਨ੍ਹਾਂ ਲਈ ਉਹਨਾਂ ਨੂੰ ਬਾਅਦ ਵਿੱਚ ਸਪਸ਼ਟੀਕਰਨ ਦੇਣਾ ਪਿਆ। ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ
ਆਪਣੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਦੇ ਨਾਲ ਦੁਪਹਿਰ ਦਾ ਖਾਣਾ ਖਾਂਦੇ ਹੋਏ ਟਰੰਪ ਨੇ ਕਿਹਾ ਸੀ ਕਿ ਭਾਰਤ ਪਾਕਿਸਤਾਨ ਟਕਰਾਅ ਦੌਰਾਨ 5 ਜੈਟ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਹੈ। ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਕਿਸ ਦੇ ਜਹਾਜ਼ ਸਨ। ਇਸ ਤੋਂ ਪਹਿਲਾਂ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਕਰਵਾਉਣ ਦਾ ਦਾਅਵਾ ਕੀਤਾ ਸੀ, ਜਿਸ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੇ ਇਸ ਦਾ ਖੰਡਨ ਕਰ ਦਿੱਤਾ। ਭਾਰਤ ਨੇ ਵੀ ਜੰਗਬੰਦੀ ਲਿਆਉਣ ਦੇ ਟਰੰਪ ਦੇ ਦਾਅਵੇ ਨੂੰ ਨਕਾਰ ਦਿੱਤਾ ਸੀ। ਅਜਿਹੇ ਕਈ ਮੌਕਿਆਂ ਤੇ ਟਰੰਪ ਪਹਿਲਾਂ ਵੀ ਅਜਿਹੇ ਬਿਆਨ ਦੇ ਚੁੱਕੇ ਹਨ, ਜਿਨ੍ਹਾਂ ਕਾਰਨ ਉਹਨਾਂ ਨੂੰ ਬਾਅਦ ਵਿੱਚ ਸ਼ਰਮਿੰਦਾ ਹੋਣਾ ਪਿਆ ਹੈ। ਨਿਊ ਜਰਸੀ ਦੇ ਅਮਰੀਕੀ ਅਟਾਰਨੀ ਕਰਟ ਅਲਮੇ ਨੇ ਐਲਾਨ ਕੀਤਾ ਕਿ ਨਿਊ ਜਰਸੀ ਦੇ ਇੱਕ ਵਿਅਕਤੀ ਵੱਲੋਂ ਬੋਜ਼ੇਮੈਨ ਤੋਂ ਡਲਾਸ ਟੈਕਸਾਸ ਜਾ ਰਹੀ ਉਡਾਨ ਦੌਰਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਗਿਆ। ਇਹ ਘਟਨਾ 26 ਜਨਵਰੀ 2025 ਨੂੰ ਵਾਪਰੀ ਸੀ, ਜਿਸ 'ਚ ਭਾਰਤੀ ਮੂਲ ਦੇ 37 ਸਾਲਾਂ ਦੇ ਭਾਵੇਸ਼ ਕੁਮਾਰ ਸ਼ੁਕਲਾ ਨੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਜਹਾਜ਼ ਅਧਿਕਾਰ ਖੇਤਰ ਦੇ ਅੰਦਰ ਦੁਰਵਿਵਹਾਰ ਵਾਲੇ ਜਿਨਸੀ ਦੋਸ਼ ਨੂੰ ਅਦਾਲਤ ਸਵੀਕਾਰ ਕਰ ਲਿਆ। ਸ਼ੁਕਲਾ ਨੂੰ 2 ਸਾਲ ਤੱਕ ਦੀ ਕੈਦ ਤੇ $2,50,000 ਤੱਕ ਦਾ ਜੁਰਮਾਨਾ ਅਤੇ ਘੱਟੋ-ਘੱਟ 5 ਸਾਲ ਨਿਗਰਾਨੀ ਅਧੀਨ ਰਿਹਾਈ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਮੈਜਿਸਟ੍ਰੇਟ ਜੱਜ ਨੇ ਕਾਰਵਾਈ ਦੀ ਪ੍ਰਧਾਨਗੀ ਕੀਤੀ, ਜਦਕਿ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਨਾ ਐਲ ਨੇ ਅਮਰੀਕੀ ਸਜ਼ਾ ਦਿਸ਼ਾ ਨਿਰਦੇਸ਼ ਅਤੇ ਹੋਰ ਕਾਨੂੰਨੀ ਕਾਰਕਾਂ ਦੀ ਸਮੀਖਿਆ ਕਰਨ ਤੋਂ ਬਾਅਦ ਅੰਤਿਮ ਸਜ਼ਾ ਦਾ ਫੈਸਲਾ ਕਰਨਗੇ। ਉਸ ਨੂੰ ਸਜ਼ਾ 19 ਨਵੰਬਰ 2025 ਨੂੰ ਸੁਣਾਈ ਜਾਣੀ ਹੈ। ਸ਼ੁਕਲਾ ਨੂੰ ਅਗਲੀ ਕਾਰਵਾਈ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ। ਦੋਸ਼ੀ ਸ਼ੁਕਲਾ ਅਮਰੀਕਨ 에ਅਰਲਾਈਨਸ ਦੀ ਉਡਾਨ ਵਿੱਚ ਜੇਨ ਡੋ ਨਾਮੀ ਇੱਕ ਔਰਤ ਅਤੇ ਉਸਦੀ ਧੀ ਉਸ ਦੇ ਨਾਲ ਵਾਲੀ ਸੀਟ ਤੇ ਬੈਠਿਆ ਸੀ। ਜੇਨ ਡੋ ਠੰਡ ਮਹਿਸੂਸ ਕਰ ਰਹੀ ਸੀ। ਉਸਦੀ ਗੋਦ ਵਿੱਚ ਇੱਕ ਕੋਟ ਸੀ। ਸ਼ੁਕਲਾ ਨੇ ਆਪਣਾ ਕੋਟ ਉਸਦੀ ਗੋਦ ਵਿੱਚ ਰੱਖਿਆ ਅਤੇ ਸ਼ੁਰੂ ਵਿੱਚ ਸੌਣ ਦਾ ਦਿਖਾਵਾ ਕੀਤਾ ਅਤੇ ਫਿਰ ਆਪਣੇ ਸੱਜੇ ਹੱਥ ਨਾਲ ਜੇਨ ਡੋ ਦੀ ਖੱਬੀ ਲੱਤ ਨੂੰ ਉਸਦੀ ਜੇਬ ਦੇ ਨੇੜੇ ਉਸਦੇ ਕਮਰ ਤੇ ਰਗੜਿਆ। ਜੇਨ ਡੋ ਨੂੰ ਸ਼ੁਰੂ ਵਿੱਚ ਸ਼ੱਕ ਹੋਇਆ ਕਿ ਸ਼ੁਕਲਾ ਉਸਦੀ ਜੇਬ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਜਿਸ ਕਾਰਨ ਉਸਨੂੰ ਅਤੇ ਉਸਦੀ ਧੀ ਨੂੰ ਸਥਿਤੀ ਨੂੰ ਸ਼ਾਂਤ ਕਰਨ ਲਈ ਟਾਇਲਟ ਨੂੰ ਰਵਾਨਾ ਹੋਣਾ ਪਿਆ। ਉਸ ਵੱਲੋਂ ਸਟਾਫ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ ਉਸ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਬੀਤੇ 4 ਸਾਲ ਤੋਂ ਜਾਰੀ ਜੰਗ ਖਤਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਅਸਲ ਵਿੱਚ ਯੂਕਰੇਨ ਦੇ ਕਈ ਹਿੱਸਿਆਂ ਤੇ ਰੂਸ ਦੇ ਜ਼ੋਰਦਾਰ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦਾ ਰੁਖ ਬਦਲ ਗਿਆ ਹੈ। ਜ਼ੈਲੈਂਸਕੀ ਨੇ ਰੂਸ ਵੱਲ ਜੰਗਬੰਦੀ ਦਾ ਹੱਥ ਵਧਾਇਆ ਹੈ। ਜ਼ੈਲੈਂਸਕੀ ਦਾ ਕਹਿਣਾ ਹੈ ਕਿ ਉਹ ਅਗਲੇ ਹਫ਼ਤੇ ਜੰਗਬੰਦੀ ਤੇ ਗੱਲਬਾਤ ਕਰ ਸਕਦੇ ਹਨ। ਦਰਅਸਲ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸੀਬੀਆ ਨੇ ਜ਼ੈਲੈਂਸਕੀ ਨੂੰ ਇੱਕ ਰਿਪੋਰਟ ਸੌਂਪੀ ਹੈ, ਜਿਸ ਵਿੱਚ ਕਈ ਮੁੱਦੇ ਸ਼ਾਮਲ ਹਨ। ਜ਼ੈਲੈਂਸਕੀ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਅੰਤਰਰਾਸ਼ਟਰੀ ਪਾਬੰਦੀਆਂ ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਧਰ ਹੀ ਕੱਲ ਸ਼ਾਮ ਦੇਸ਼ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ ਰੂਸ ਫੈਸਲਾ ਲੈਣ ਤੋਂ ਝਿਜਕ ਰਿਹਾ ਹੈ। ਜੰਗਬੰਦੀ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਲੰਬੇ ਸਮੇਂ ਦੀ ਸ਼ਾਂਤੀ ਸਥਾਪਿਤ ਕਰਨ ਲਈ ਇੱਕ ਅਧਿਕਾਰਤ ਮੀਟਿੰਗ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਅਮਰੀਕਾ ਨਾਲ ਕੀਤੇ ਗਏ ਰੱਖਿਆ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ, ਅਸੀਂ ਅਮਰੀਕਾ ਨਾਲ ਵੀ ਕੰਮ ਕਰ ਰਹੇ ਹਾਂ। ਸਾਡੇ ਰਾਸ਼ਟਰਪਤੀ ਟਰੰਪ ਨਾਲ ਕੀਤੇ ਗਏ ਸਮਝੌਤਿਆਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਯੂਕਰੇਨ ਵੱਧ ਤੋਂ ਵੱਧ ਉਤਪਾਦਕਾਂ ਲਈ ਵਚਨਬੱਧ ਹੈ। ਇਸ ਵਿੱਚ ਹਵਾਈ ਰੱਖਿਆ ਅਤੇ ਇੱਕ ਨਵਾਂ ਹਥਿਆਰ ਸਮਝੌਤਾ ਸ਼ਾਮਲ ਹੈ। ਹਾਲ ਹੀ ਵਿੱਚ ਯੂਕਰੇਨ ਨੇ ਸਾਬਕਾ ਰੱਖਿਆ ਮੰਤਰੀ ਉਮਰੋਵ ਨੂੰ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਦੀ ਅਗਵਾਈ ਵਿੱਚ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਦੀ ਗੱਲਬਾਤ ਸ਼ੁਰੂ ਹੋਈ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦਾ ਪਹਿਲਾ ਦੌਰ ਅਸਫਲ ਰਿਹਾ। ਦਰਅਸਲ ਜੰਗਬੰਦੀ ਦੀਆਂ ਸ਼ਰਤਾਂ ਵਿੱਚ ਰੂਸ ਨੇ ਯੂਕਰੇਨ ਸਾਹਮਣੇ ਕਈ ਵੱਡੀਆਂ ਮੰਗਾਂ ਰੱਖੀਆਂ ਹਨ, ਜਿਸ ਵਿੱਚ ਰੂਸ ਦੁਆਰਾ ਕਬਜ਼ਾ ਕੀਤੇ ਗਏ ਯੂਕਰੇਨ ਦੇ 4 ਖੇਤਰਾਂ ਨੂੰ ਸੌਂਪਣਾ ਵੀ ਸ਼ਾਮਲ ਹੈ। ਯੂਕਰੇਨ ਨੇ ਰੂਸ ਦੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗਬੰਦੀ ਲਈ ਰੂਸ ਨੂੰ 50 ਦਿਨਾਂ ਦਾ ਸਮਾਂ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਜੇਕਰ ਰੂਸ 50 ਦਿਨਾਂ ਦੇ ਅੰਦਰ ਜੰਗਬੰਦੀ ਲਈ ਸਹਿਮਤ ਨਹੀਂ ਹੁੰਦਾ ਹੈ ਤਾਂ ਉਸ ਨੂੰ 100% ਯਾਨੀ 100% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ 500% ਟੈਰਿਫ ਲਗਾਇਆ ਜਾਵੇਗਾ। ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੋਮ ਨੇ ਨਿਊ ਮੈਕਸੀਕੋ ਵਿੱਚ ਸਰਹੱਦੀ ਕੰਧ ਦੇ ਇੱਕ ਨਵੇਂ ਹਿੱਸੇ ਦੇ ਨਿਰਮਾਣ ਦਾ ਸਖਤ ਵਿਰੋਧ ਕੀਤਾ ਹੈ ਅਤੇ ਇਸ ਨੂੰ ਅਮਰੀਕੀ ਸਰਕਾਰ ਦੁਆਰਾ ਇੱਕ ਪਾਸੜ ਕਦਮ ਦੱਸਿਆ। ਰਾਸ਼ਟਰਪਤੀ ਸ਼ੀਨਬੋਮ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਕਸੀਕੋ ਕਿਸੇ ਵੀ ਤਰ੍ਹਾਂ ਇਸ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਹੈ ਅਤੇ ਇਸ ਲਈ ਕੋਈ ਪੈਸਾ ਨਹੀਂ ਦੇ ਰਿਹਾ। ਉਸਨੇ ਕਿਹਾ ਕਿ ਉਹ ਇਸ ਨੂੰ ਆਪਣੇ ਆਪ ਬਣਾ ਰਹੇ ਹਨ। ਅਸੀਂ ਕੰਧ ਦਾ ਸਮਰਥਨ ਨਹੀਂ ਕਰਦੇ। ਅਸੀਂ ਕੰਧਾਂ ਨਾਲ ਨਹੀਂ ਸਗੋਂ ਸਹਿਯੋਗ ਅਤੇ ਤਾਲਮੇਲ ਨਾਲ ਇੱਕ ਸੁਰੱਖਿਅਤ ਸਰਹੱਦ ਪ੍ਰਾਪਤ ਕੀਤੀ ਹੈ।
ਸ਼ੀਨਬੋਮ ਨੇ ਇਸ ਉਸਾਰੀ ਨੂੰ ਪੂਰੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਏ ਗਏ ਫੈਸਲੇ ਵਜੋਂ ਦੱਸਿਆ ਅਤੇ ਵਿਕਾਸ ਆਧਾਰਿਤ ਸਹਿਯੋਗ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਮੈਕਸੀਕਨ ਲੋਕਾਂ ਲਈ ਸਤਿਕਾਰ ਦੀ ਤਰਜੀਹ ਤੇ ਜ਼ੋਰ ਦਿੱਤਾ। ਗੌਰਤਲਬ ਹੈ ਕਿ ਇਸ ਹਫ਼ਤੇ ਟਰੰਪ ਪ੍ਰਸ਼ਾਸਨ ਨੇ ਉੱਤਰੀ ਮੈਕਸੀਕੋ ਵਿੱਚ ਸਾਂਤਾ ਟੈਰੇਸਾ, ਨਿਊ ਮੈਕਸੀਕੋ ਅਤੇ ਸਿਊਦਾਦ ਜੋਰੇਜ਼ ਵਿਚਕਾਰ ਇੱਕ ਸੈਕੰਡਰੀ ਸਰਹੱਦੀ ਰੁਕਾਵਟ ਦੇ ਨਿਰਮਾਣ ਦਾ ਇੱਕ ਨਵਾਂ ਪੜਾਅ ਸ਼ੁਰੂ ਕੀਤਾ ਹੈ। ਰਾਇਲ ਕੈਰੇਬੀਅਨ ਇੰਟਰਨੈਸ਼ਨਲ ਜਹਾਜ਼ ਤੇ ਸਵਾਰ 140 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇੱਕ ਅਣਪਛਾਤੀ ਬਿਮਾਰੀ ਤੋਂ ਪੀੜਿਤ ਹੋ ਗਏ। ਨਾਵਿਕ ਆਫ ਦ ਸੀਜ਼ ਨਾਂ ਦਾ ਇਹ ਜਹਾਜ਼ 4 ਜੁਲਾਈ ਨੂੰ ਲਾਸ ਐਂਜਲਸ ਤੋਂ ਰਵਾਨਾ ਹੋਇਆ ਸੀ ਅਤੇ ਇੱਕ ਹਫ਼ਤੇ ਦੇ ਰਾਉਂਡ ਟ੍ਰਿਪ ਕਰੂਜ਼ ਤੇ ਸੀ। ਜਹਾਜ਼ ਟਰੈਕਿੰਗ ਸਾਈਟ ਕਰੂਜ਼ ਮੈਪਰ ਅਨੁਸਾਰ ਇਹ ਜਹਾਜ਼ ਮੈਕਸੀਕੋ ਵਿੱਚ 3 ਵਾਰ ਰੁਕਿਆ ਅਤੇ ਫਿਰ 11 ਜੁਲਾਈ ਨੂੰ ਲਾਸ ਐਂਜਲਸ ਵਾਪਸ ਆ ਗਿਆ ਸੀ। ਇਸੇ ਦਿਨ ਰੋਗ ਰੋਕਥਾਮ ਕੇਂਦਰ CDC ਨੂੰ ਇਹ ਬਿਮਾਰੀ ਫੈਲਣ ਦੀ ਸੂਚਨਾ ਦਿੱਤੀ ਗਈ। ਜਹਾਜ਼ ਦੇ 3914 ਯਾਤਰੀਆਂ ਵਿੱਚੋਂ 134 ਨੇ ਯਾਤਰਾ ਦੌਰਾਨ ਬਿਮਾਰ ਹੋਣ ਦੀ ਸੂਚਨਾ ਦਿੱਤੀ। 1266 ਵਿੱਚੋਂ ਚਾਲਕ ਦਲ ਦੇ 7 ਮੈਂਬਰਾਂ ਨੇ ਬਿਮਾਰੀ ਬਾਰੇ ਦੱਸਿਆ ਸੀ। CDC ਨੇ ਦੱਸਿਆ ਕਿ ਉਹਨਾਂ ਨੂੰ ਦਸਤ, ਉਲਟੀ ਤੇ ਪੇਟ ਵਿੱਚ ਮਰੋੜ ਵਰਗੇ ਲੱਛਣ ਮਹਿਸੂਸ ਹੋਏ। ਰਾਇਲ ਕੈਰੇਬੀਅਨ ਨੇ CDC ਨੂੰ ਦੱਸਿਆ ਕਿ ਉਸ ਦੇ ਚਾਲਕ ਦਲ ਨੇ ਇਸ ਬਿਮਾਰੀ ਦੀ ਰੋਕਥਾਮ ਅਤੇ ਪ੍ਰਤੀਕਿਰਿਆ ਯੋਜਨਾ ਅਨੁਸਾਰ ਪ੍ਰੀਖਣ ਲਈ ਮਲ ਦੇ ਨਮੂਨੇ ਇਕੱਠੇ ਕੀਤੇ ਅਤੇ ਬਿਮਾਰ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਵੱਖ ਰੱਖਿਆ। ਇਸ ਸੰਬੰਧੀ ਸ਼ਿਪ ਕਲੀਨਿੰਗ ਪ੍ਰੋਗਰਾਮ ਨਾਲ ਵੀ ਸਲਾਹ ਮਸ਼ਵਰਾ ਕੀਤਾ ਗਿਆ। CDC ਨੇ ਕਿਹਾ ਹੈ ਕਿ ਪ੍ਰੋਗਰਾਮ ਨੇ ਦੂਰੋਂ ਹੀ ਸਥਿਤੀ ਤੇ ਨਜ਼ਰ ਰੱਖੀ ਹੈ। ਇਸ ਤੋਂ ਇਲਾਵਾ ਬਿਮਾਰੀ ਦੇ ਕਾਰਨ ਦਾ ਪਤਾ ਲਾਉਣ ਦੇ ਲਈ ਹੋਰ ਕੰਮ ਕੀਤੇ ਜਾਣਗੇ। ਏਜੰਸੀ ਨੇ ਕਿਹਾ ਕਿ ਅਕਸਰ ਕਰੂਜ਼ ਜਹਾਜ਼ਾਂ ਤੇ ਗੈਸਟ੍ਰੋਇੰਟੈਸਟੀਨਲ ਸੰਬੰਧੀ ਬਿਮਾਰੀਆਂ ਫੈਲਣ ਲਈ ਪੇਟ ਇਨਫੈਕਸ਼ਨ ਵਾਲਾ ਕੀਟਾਣੂ ਨੋਰੋਵਾਇਰਸ ਜ਼ਿੰਮੇਵਾਰ ਹੁੰਦਾ ਹੈ। ਦੱਸਣਯੋਗ ਹੈ ਕਿ ਫਰਵਰੀ 'ਚ ਹਾਲੈਂਡ ਅਮਰੀਕਾ ਲਾਈਨ ਦੇ ਇੱਕ ਜਹਾਜ਼ ਤੇ ਲਗਭਗ 80 ਯਾਤਰੀ ਬਿਮਾਰ ਹੋ ਗਏ। ਉਸੇ ਮਹੀਨੇ ਪ੍ਰਿੰਸੈਸ ਕਰੂਜ਼ ਤੇ ਇੱਕ ਜਹਾਜ਼ ਤੇ 16 ਰਾਤਾਂ ਦੇ ਕਰੂਜ਼ ਦੌਰਾਨ 80 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਬਿਮਾਰ ਪੈ ਗਏ। ਸਾਲ ਦੇ ਸ਼ੁਰੂ ਵਿੱਚ ਇੱਕ ਮਹੀਨੇ ਦੀ ਕੌਮਾਂਤਰੀ ਯਾਤਰਾ ਤੇ ਨਿਕਲੇ ਕਿਊਨਾਡ ਕਰੂਜ਼ ਲਾਈਨ ਦੇ ਇੱਕ ਲਗਜ਼ਰੀ ਜਹਾਜ਼ ਤੇ ਵੀ ਇੱਕ ਬਿਮਾਰੀ ਫੈਲੀ ਸੀ, ਜਿਸ ਤੋਂ 240 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪ੍ਰਭਾਵਿਤ ਹੋਏ ਸਨ। ਓਨਟਾਰੀਓ ਦੇ ਬਲੂ ਮਾਊਂਟੇਨ ਵਿਲੇਜ ਵਿਖੇ ਲੰਘੀ 17 ਜੁਲਾਈ 2025 ਨੂੰ ਵਾਪਰੇ ਸਵਿਮਿੰਗ ਪੂਲ ਹਾਦਸੇ ਵਿੱਚ 22 ਸਾਲਾਂ ਦੇ ਰਵੀਸ਼ ਨਰੰਗ ਦੀ ਮੌਤ ਹੋ ਜਾਣ ਦੀ ਖਬਰ ਹੈ। ਰਵੀਸ਼ ਨਰੰਗ ਮੋਗਾ, ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਹ ਕੈਨੇਡਾ ਪੜ੍ਹਾਈ ਲਈ ਆਇਆ ਸੀ। ਉਹ ਓਨਟਾਰੀਓ ਦੇ ਕੈਨਾਡੋਰ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਰਿਹਾ ਸੀ। ਜਾਂਚ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਦਾ ਇੰਤਜ਼ਾਰ ਹੈ। ਦੱਸਣਯੋਗ ਹੈ ਕਿ ਪਾਣੀ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀਆਂ ਖਬਰਾਂ ਲਗਾਤਾਰ ਕੈਨੇਡਾ ਤੋਂ ਆ ਰਹੀਆਂ ਹਨ। ਗਾਜ਼ਾ 'ਚ ਭੋਜਨ ਪਦਾਰਥ ਲੈਣ ਜਾ ਰਹੇ ਫਲਸਤੀਨੀਆਂ ਤੇ ਸ਼ਨੀਵਾਰ ਨੂੰ ਇਜ਼ਰਾਈਲੀ ਫੌਜੀਆਂ ਨੇ ਫਿਰ ਤੋਂ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ 32 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਫੌਜ ਦਾ ਕਹਿਣਾ ਹੈ ਕਿ ਸ਼ੱਕੀ ਲੋਕਾਂ ਨੂੰ ਦੇਖ ਕੇ ਉਹਨਾਂ ਨੂੰ ਰੋਕਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਸਨ, ਜਦਕਿ ਜ਼ਖਮੀਆਂ ਦਾ ਕਹਿਣਾ ਹੈ ਕਿ ਚੇਤਾਵਨੀ ਦੇਣ ਵਾਲੀ ਫਾਇਰਿੰਗ ਨਹੀਂ ਬਲਕਿ ਲੋਕਾਂ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। ਸੰਯੁਕਤ ਰਾਸ਼ਟਰ ਦੇ ਮੁਤਾਬਕ ਪਿਛਲੇ 7 ਹਫ਼ਤਿਆਂ ਵਿੱਚ ਰਾਹਤ ਸਮੱਗਰੀ ਦੀ ਵੰਡ ਕਰਨ ਵਾਲੇ ਕੇਂਦਰ ਦੇ ਨੇੜੇ ਇਜ਼ਰਾਈਲੀ ਫੌਜ ਦੀ ਫਾਇਰਿੰਗ ਵਿੱਚ 900 ਦੇ ਕਰੀਬ ਲੋਕ ਮਾਰੇ ਗਏ ਹਨ। ਪੀੜਤਾਂ ਦੇ ਮੁਤਾਬਕ ਰਸਤੇ ਦੇ ਇੱਕ ਪਾਸਿਓਂ ਟੈਂਕ ਜਦਕਿ ਦੂਜੇ ਪਾਸਿਓਂ ਇਜ਼ਰਾਈਲ ਫੌਜ ਦੀਆਂ ਗੱਡੀਆਂ ਤੇ ਉਸ ਤੋਂ ਬਾਅਦ ਲੋਕਾਂ ਤੇ ਫਾਇਰਿੰਗ ਸ਼ੁਰੂ ਹੋ ਗਈ। ਗਾਜ਼ਾ ਵਿੱਚ ਰਾਹਤ ਸਮੱਗਰੀ ਦੀ ਵੰਡ ਕਰਨ ਵਾਲੀ ਅਮਰੀਕੀ ਸੰਸਥਾ GHF ਨੇ ਕਿਹਾ ਉਸਦੇ ਕੈਂਪ ਨੇੜੇ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਪਤਾ ਲੱਗਿਆ ਕਿ ਲੋਕ ਸਵੇਰਾ ਹੋਣ ਤੋਂ ਪਹਿਲਾਂ ਹਨੇਰੇ ਵਿੱਚ ਵੰਡ ਕੇਂਦਰ ਵੱਲ ਜਾ ਰਹੇ ਸੀ, ਜਿਸ ਨਾਲ ਉਹ ਸਮੱਗਰੀ ਵੰਡ ਹੋਣ ਤੋਂ ਪਹਿਲਾਂ ਹੀ ਲਾਈਨ ਵਿੱਚ ਲੱਗ ਕੇ ਭੋਜਨ ਪਦਾਰਥ ਹਾਸਲ ਕਰ ਸਕਣ। ਇਜ਼ਰਾਈਲੀ ਫੌਜ ਨੂੰ ਹਨੇਰੇ ਵਿੱਚ ਇਨ੍ਹਾਂ ਲੋਕਾਂ ਦੀਆਂ ਸਰਗਰਮੀਆਂ ਸ਼ੱਕੀ ਲੱਗੀਆਂ ਤੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਗਾਜ਼ਾ ਵਿੱਚ ਪਿਛਲੇ 21 ਮਹੀਨਿਆਂ ਤੋਂ ਜਾਰੀ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਤਰ ਦੀ ਰਾਜਧਾਨੀ ਦੋਹਾ ਵਿੱਚ ਗਾਜ਼ਾ ਵਿੱਚ 60 ਦਿਨਾਂ ਤੋਂ ਜੰਗਬੰਦੀ ਲਈ ਗੱਲਬਾਤ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਬੰਦੀ ਇਜ਼ਰਾਈਲ ਨਾਗਰਿਕਾਂ ਦੀ ਜਲਦ ਰਿਹਾਈ ਹੋ ਸਕਦੀ ਹੈ। ਗਾਜ਼ਾ 'ਚ ਹਾਲੇ ਕਰੀਬ 50 ਬੰਦੀ ਹਮਾਸ ਦੇ ਕਬਜ਼ੇ ਵਿੱਚ ਹਨ, ਜਿਨ੍ਹਾਂ ਵਿੱਚੋਂ 20 ਦੇ ਹੀ ਜਿੰਦਾ ਹੋਣ ਦੀ ਸੰਭਾਵਨਾ ਹੈ। ਵੀਅਤਨਾਮ 'ਚ ਸ਼ਨੀਵਾਰ ਦੁਪਹਿਰ ਨੂੰ ਸੈਰ ਸਪਾਟੇ ਦੌਰਾਨ ਅਚਾਨਕ ਆਏ ਤੂਫਾਨ ਦੌਰਾਨ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਵਿੱਚ 34 ਲੋਕਾਂ ਦੀ ਮੌਤ ਹੋ ਗਈ ਹੈ। 8 ਹੋਰ ਅਜੇ ਵੀ ਲਾਪਤਾ ਹਨ।
ਰਿਪੋਰਟਾਂ ਮੁਤਾਬਕ ਵਾਂਡਰ ਸੀ ਕਿਸ਼ਤੀ 'ਚ 48 ਮੁਸਾਫਰ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਸਾਰੇ ਵੀਅਤਨਾਮੀ ਸਨ। ਬਚਾਅ ਕਰਮਚਾਰੀਆਂ ਨੇ 11 ਲੋਕਾਂ ਨੂੰ ਬਚਾਇਆ ਅਤੇ ਹਾਦਸੇ ਵਾਲੀ ਥਾਂ ਦੇ ਨੇੜੇ ਮ੍ਰਿਤਕਾਂ ਨੂੰ ਬਰਾਮਦ ਕੀਤਾ। ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚੇ ਲੋਕਾਂ ਵਿੱਚ ਇੱਕ 14 ਸਾਲ ਦਾ ਲੜਕਾ ਵੀ ਸ਼ਾਮਲ ਸੀ ਅਤੇ ਉਸ ਨੂੰ ਪਲਟੀ ਹੋਈ ਇਮਾਰਤ ਵਿੱਚ ਫਸਣ ਦੇ 4 ਘੰਟੇ ਬਾਅਦ ਬਚਾਇਆ ਗਿਆ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਛੋਟਾ ਟਾਪੂ ਦੇਸ਼ ਤੁਵਾਲੂ ਜਲਵਾਯੂ ਪਰਿਵਰਤਨ ਦੇ ਸਭ ਤੋਂ ਭਿਆਨਕ ਝਟਕੇ ਦਾ ਸਾਹਮਣਾ ਕਰ ਰਿਹਾ ਹੈ। ਸਮੁੰਦਰ ਦੇ ਪੱਧਰ ਦੇ ਵੱਧਦੇ ਪੱਧਰ ਨੇ ਹੁਣ ਇੱਥੋਂ ਦੇ ਲੋਕਾਂ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਇਸ ਤਹਿਤ ਦੁਨੀਆ ਵਿੱਚ ਪਹਿਲੀ ਵਾਰ ਇੱਕ ਪੂਰਾ ਦੇਸ਼ ਯੋਜਨਾਬੰਦੀ ਦੁਆਰਾ ਪ੍ਰਵਾਸ ਕਰ ਰਿਹਾ ਹੈ। ਆਸਟ੍ਰੇਲੀਆ ਨੇ 16 ਜੂਨ ਤੋਂ 18 ਜੁਲਾਈ 2025 ਦੇ ਵਿਚਕਾਰ ਤੁਵਾਲੂ ਲਈ ਵਿਸ਼ੇਸ਼ ਜਲਵਾਯੂ ਵੀਜ਼ਾ ਲਈ ਅਰਜ਼ੀ ਖੋਲ੍ਹੀ ਸੀ। ਸਿਰਫ ਇੱਕ ਮਹੀਨੇ ਵਿੱਚ 5157 ਤੁਵਾਲੂ ਲੋਕਾਂ ਨੇ ਆਸਟ੍ਰੇਲੀਆ ਵਿੱਚ ਵਸਣ ਲਈ ਅਰਜ਼ੀ ਦਿੱਤੀ। ਇਹ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 11,000 ਦਾ ਲਗਭਗ ਅੱਧਾ ਹੈ। ਹੁਣ ਹਰ ਸਾਲ 280 ਤੁਵਾਲੂ ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਦੀ ਇਜਾਜ਼ਤ ਦਿੱਤੀ ਜਾਵੇਗੀ। ਉੱਥੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ, ਪੜ੍ਹਾਈ ਕਰਨ ਅਤੇ ਸਿਹਤ ਸਹੂਲਤਾਂ ਪ੍ਰਾਪਤ ਕਰਨ ਅਤੇ ਨਾਗਰਿਕਾਂ ਦਾ ਅਧਿਕਾਰ ਮਿਲੇਗਾ। ਤੁਵਾਲੂ 9 ਛੋਟੇ ਐਟੋਲ ਦਾ ਬਣਿਆ ਹੋਇਆ ਯਾਨੀ ਕਿ ਕੋਰਲ ਟਾਪੂਆਂ ਦਾ ਬਣਿਆ ਹੋਇਆ ਇੱਕ ਦੇਸ਼ ਹੈ ਤੁਵਾਲੂ, ਜਿਸ ਦੀ ਔਸਤ ਉਚਾਈ ਸਿਰਫ 2 ਮੀਟਰ ਹੈ। ਪਿਛਲੇ 30 ਸਾਲਾਂ ਵਿੱਚ ਸਮੁੰਦਰ ਦਾ ਪੱਧਰ 15 ਸੈਂਟੀਮੀਟਰ ਯਾਨੀ 6 ਇੰਚ ਵਧਿਆ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2050 ਤੱਕ ਦੇਸ਼ ਦਾ 50% ਹਿੱਸਾ ਹਰ ਰੋਜ਼ ਪਾਣੀ ਵਿੱਚ ਡੁੱਬ ਸਕਦਾ ਹੈ। 2100 ਤੱਕ 90% ਜ਼ਮੀਨ ਸਮੁੰਦਰ ਵਿੱਚ ਡੁੱਬ ਸਕਦੀ ਹੈ। ਸਮੁੰਦਰ ਦਾ ਖਾਰਾ ਪਾਣੀ ਹੁਣ ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਦਾਖਲ ਹੋ ਰਿਹਾ ਹੈ, ਜਿਸ ਨਾਲ ਨਾ ਸਿਰਫ ਪੀਣ ਵਾਲੇ ਪਾਣੀ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਸਗੋਂ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜ਼ਮੀਨ ਤੋਂ ਉੱਪਰ ਫਸਲਾਂ ਉਗਾਉਣੀਆਂ ਪੈਂਦੀਆਂ ਹਨ, ਪਰ ਇਹ ਹੱਲ ਅਸਥਾਈ ਹੈ। ਚੀਨ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਹੁਣ ਇਸ ਬਿਮਾਰੀ ਨੇ ਤਬਾਹੀ ਮਚਾ ਦਿੱਤੀ ਹੈ। ਦੱਖਣੀ ਚੀਨ ਦੇ ਫੋਸ਼ਾਨ ਸ਼ਹਿਰ ਦੇ ਹਸਪਤਾਲਾਂ ਵਿੱਚ ਪੈਰ ਰੱਖਣ ਦੀ ਕੋਈ ਜਗ੍ਹਾ ਨਹੀਂ ਬਚੀ ਹੈ। ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹਨ ਅਤੇ ਹਸਪਤਾਲਾਂ ਵਿੱਚ ਇਲਾਜ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਸ ਬਿਮਾਰੀ ਦਾ ਨਾਮ ਚਿਕਨਗੁਨੀਆ ਹੈ। ਚੀਨੀ ਸਿਹਤ ਮੰਤਰਾਲੇ ਨੇ ਚਿਕਨਗੁਨੀਆ ਬੁਖਾਰ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਇਹ ਬਿਮਾਰੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਆਮ ਨਹੀਂ ਹੈ। ਚਿਕਨਗੁਨੀਆ ਨੇ ਗੁਆਂਢੀ ਹਾਂਗਕਾਂਗ ਨੂੰ ਵੀ ਅਲਰਟ ਤੇ ਰੱਖਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਫੋਸ਼ਾਨ ਦੇ ਸ਼ੁੰਡੇ ਅਤੇ ਨਨਹਾਈ ਜ਼ਿਲ੍ਹਿਆਂ ਵਿੱਚ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਸਾਰੇ ਨਿਵਾਸੀਆਂ ਅਤੇ ਭਾਈਚਾਰਿਆਂ ਨੂੰ ਹਫ਼ਤੇ ਦੇ ਅੰਤ ਵਿੱਚ ਮੱਛਰ ਕੰਟਰੋਲ ਉਪਾਵਾਂ ਵਜੋਂ ਘਰ ਦੇ ਅੰਦਰ ਅਤੇ ਬਾਹਰ ਸਾਫ਼ ਕਰਨ ਦੀ ਅਪੀਲ ਕੀਤੀ ਹੈ। ਸਥਾਨਕ ਸਿਹਤ ਬਿਊਰੋ ਦੇ ਅਨੁਸਾਰ ਇਹ ਪ੍ਰਕੋਪ 8 ਜੁਲਾਈ ਨੂੰ ਸ਼ੁੰਡੇ ਵਿੱਚ ਮਿਲੇ ਇੱਕ ਬਾਹਰੀ ਕੇਸ ਨਾਲ ਸ਼ੁਰੂ ਹੋਇਆ ਸੀ। ਉਧਰ ਹੀ ਸ਼ੁੱਕਰਵਾਰ ਤੱਕ ਸ਼ੁੰਡੇ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1161 ਤੱਕ ਪਹੁੰਚ ਗਈ। ਜ਼ਿਆਦਾਤਰ ਕੇਸ ਲੇਕੋਂਗ, ਬੀਜੀਆਓ ਅਤੇ ਚੇਨਕੁਨ ਕਸਬਿਆਂ ਵਿੱਚ ਰਿਪੋਰਟ ਕੀਤੇ ਗਏ ਹਨ ਅਤੇ ਸਾਰੇ ਮਰੀਜ਼ਾਂ ਵਿੱਚ ਹਲਕੇ ਲੱਛਣ ਸਨ। ਉਧਰ ਹੀ ਸ਼ੁੱਕਰਵਾਰ ਤੱਕ ਨਨਹਾਈ ਜ਼ਿਲ੍ਹੇ ਵਿੱਚ 16 ਪੁਸ਼ਟੀ ਕੀਤੇ ਕੇਸ ਰਿਪੋਰਟ ਕੀਤੇ ਗਏ ਸਨ ਅਤੇ ਇੱਕ ਹੋਰ ਜ਼ਿਲ੍ਹੇ ਚਾਨਜਿੰਗ ਵਿੱਚ ਵੀ 22 ਕੇਸ ਸਨ। ਉਧਰ ਹੀ ਗੁਆਂਗਡੋਂਗ ਦੀ ਸਰਹੱਦ ਨਾਲ ਲੱਗਦੇ ਮਕਾਓ ਵਿੱਚ ਇੱਕ ਆਯਾਤ ਕੀਤਾ ਗਿਆ ਕੇਸ ਰਿਪੋਰਟ ਕੀਤਾ ਗਿਆ ਸੀ। ਮਰੀਜ਼ ਇੱਕ ਨਿਵਾਸੀ ਹੈ ਜੋ ਫੋਸ਼ਾਨ ਗਿਆ ਸੀ। ਚਿਕਨਗੁਨੀਆ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਸੰਕਰਮਿਤ ਲੋਕਾਂ ਨੂੰ ਆਮ ਤੌਰ ਤੇ ਬੁਖਾਰ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ, ਜੋ ਮਹੀਨਿਆਂ ਜਾਂ ਸਾਲਾਂ ਤੱਕ ਰਹਿ ਸਕਦਾ ਹੈ। ਹੋਰ ਸੰਭਾਵਿਤ ਲੱਛਣਾਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ, ਉਲਟੀ ਅਤੇ ਤਫੜ ਸ਼ਾਮਲ ਹਨ। ਚਿਕਨਗੁਨੀਆ ਸ਼ਬਦ ਪੂਰਬੀ ਅਫਰੀਕੀ ਭਾਸ਼ਾ ਕੀਮਾ ਕੋਂਡੇ ਤੋਂ ਆਇਆ ਹੈ। ਇਸ ਦਾ ਅਰਥ ਹੈ ਵਿਗਾੜ ਹੋਣਾ। ਇਹ ਜੋੜਾਂ ਦੇ ਦਰਦ ਤੋਂ ਪੀੜਿਤ ਸੰਕਰਮਿਤ ਮਰੀਜ਼ਾਂ ਦੇ ਝੁਕੇ ਹੋਏ ਰੂਪ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲੀ ਯੂਐਸਏ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।